बहुत ही ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਬਹੁਤ ਹੀ ਪਿਆਰ ਔਰ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਨਾਲ ਚੱਲ ਰਹੀ ਵਾਰਤਾਲਾਪ ਦੀ ਲੜੀ ਦੇ ਵਿੱਚ ਇੱਕ ਬੜਾ ਹੀ ਅਹਿਮ ਤੱਤ ਵਰਤਾਰਾ ਤੇ ਘਟਨਾਕ੍ਰਮ, ਇੱਕ ਐਸੀ ਸ਼ਖਸੀਅਤ ਦੇ ਬਾਰੇ ਜਿਸ ਦੀ ਸ਼ਹਾਦਤ ਦੇ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ। ਸ਼ਹਾਦਤ ਕਿਵੇਂ ਹੋਈ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕੀ ਰਿਸ਼ਤਾ ਸੀ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸ਼ਹੀਦ ਨੂੰ ਕੀ ਦਰਜਾ ਦਿੱਤਾ, ਬੜਾ ਅਹਿਮ ਤੇ ਵਿਲੱਖਣ ਵਿਸ਼ਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸਾਹਿਬਜ਼ਾਦਾ। ਅਰਬੀ ਦਾ ਇੱਕ ਸ਼ਬਦ ਹੈ ਜਦ। ਜਦ ਦਾ ਅਰਥ ਹੈ ਪੁਸ਼ਤ, ਪੀੜ੍ਹੀ ਜਾਂ ਫਿਰ ਉਸ ਨਸਲ ਜਾਂ ਉਸ ਖੂਨ ਦੇ ਵਿੱਚੋਂ। ਭਾਵ ਕਿ ਜਿਹੜੀ ਸਾਹਿਬ ਭਾਵ ਕਿ ਗੁਰੂ ਸਾਹਿਬ ਦੀ ਪੀੜ੍ਹੀ ਦੇ ਨਾਲ ਜਾਂ ਉਸ ਪੀੜ੍ਹੀ ਦੇ ਨਾਲ ਜੁੜੇ ਹੋਏ ਰਿਸ਼ਤੇ ਨੇ ਸਾਹਿਬਜ਼ਾਦੇ, ਕਿ ਸਾਹਿਬ ਦੀ ਜਦ ਦੇ ਵਿੱਚੋਂ, ਭਾਵ ਕਿ ਸਾਹਿਬ ਦੀ ਕੁਲ ਦੇ ਵਿੱਚੋਂ, ਸਾਹਿਬ ਦੀ ਪੀੜ੍ਹੀ ਦੇ ਵਿੱਚੋਂ, ਸਾਹਿਬ ਦੀ ਪਰਿਵਾਰ ਪਰੰਪਰਾ ਦੇ ਵਿੱਚੋਂ, ਜਾਂ ਫਿਰ ਸਾਹਿਬ ਦੇ ਬੰਸਾਵਲੀ ਨਾਮੇ ਦੇ ਵਿੱਚ, ਭਾਵ ਕਿ ਸਾਹਿਬਜ਼ਾਦੇ ਸਾਹਿਬ ਦੀ ਜਦ ਦੇ ਵਿੱਚੋਂ। ਜਦ ਅਰਬੀ ਦੇ ਵਿੱਚ ਇਸ ਦਾ ਅਰਥ ਹੈ ਕੁਲ, ਪੀੜ੍ਹੀ, ਪਰੰਪਰਾ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਚੱਲ ਰਹੀ ਪਰਿਵਾਰਕ ਜਿਹੜੀ ਕਹਿ ਸਕਦੇ ਹੋ ਕੁਰਸੀਨਾਮਾ ਜਾਂ ਪੀੜ੍ਹੀ। ਹੁਣ ਇੱਕ ਨਾਮ ਆਉਂਦਾ ਹੈ ਜ਼ੋਰਾਵਰ ਸਿੰਘ ਪਾਲਤ, ਇੱਕ ਨਾਮ ਆਉਂਦਾ ਹੈ ਅਜੀਤ ਸਿੰਘ ਪਾਲਤ। ਇਹ ਦੋਵੇਂ ਹੀ ਮਤਵੰਨੇ ਸਾਹਿਬਜ਼ਾਦਿਆਂ ਦੇ ਨਾਮ ਦੇ ਨਾਲ ਸਿੱਖ ਇਤਿਹਾਸ ਦੇ ਵਿੱਚ ਜਾਣੇ ਜਾਂਦੇ ਨੇ। ਜਿਹੜੇ ਅਜੀਤ ਸਿੰਘ ਪਾਲਤ ਹੈ ਉਸ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੈਰ ਹਾਜ਼ਰੀ ਦੇ ਵਿੱਚ ਮਾਤਾ ਸੁੰਦਰ ਕੌਰ ਜੀ ਦੇ ਵੱਲੋਂ ਅਡਾਪਟ ਕੀਤਾ ਗਿਆ, ਜਾਂ ਫਿਰ ਉਹਨੂੰ ਪਾਲਿਆ ਗਿਆ, ਜਾਂ ਪਾਲਤ ਸਾਹਿਬਜ਼ਾਦੇ ਦੇ ਰੂਪ 'ਚ ਸਵੀਕਾਰ ਕੀਤਾ ਗਿਆ। ਅੱਜ ਅਸੀਂ ਗੱਲ ਕਰਾਂਗੇ ਪਾਲਤ ਜ਼ੋਰਾਵਰ ਸਿੰਘ, ਜਿਸ ਨੂੰ ਪਾਲਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਔਰ ਫਾਰਸੀ ਦੇ ਵਿੱਚ ਜਿਹੜਾ ਜ਼ਿਕਰ ਆਉਂਦਾ ਹੈ ਉਹ ਹੈ ਪਿਸਰ ਏ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਦਾ ਪੁੱਤਰ। ਮੌਲਵੀ ਅਬਦੁਲ ਰਸੂਲ ਦੀ ਲਿਖੀ ਕਿਤਾਬ ਤਾਰੀਖ-ਏ ਮੁਅੱਜ਼ਮ ਸ਼ਾਹੀ ਦੇ ਵਿੱਚ। ਘਟਨਾਕ੍ਰਮ ਕਿਵੇਂ ਵਾਪਰਦਾ ਹੈ ਵਿਸਥਾਰ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਬੱਸੀ ਪਠਾਣਾ ਪਿੰਡ ਦੇ ਵਸਨੀਕ ਨੱਥੂ ਰਾਮ ਤਰਖਾਣ ਬਰਾਦਰੀ ਦੇ ਵਿੱਚੋਂ ਉਪਗੋਤ ਲੋਟੇ, ਉਹਨਾਂ ਦਾ ਵਿਆਹ ਹੁੰਦਾ ਹੈ ਬੀਬੀ ਭਿੱਖੀ ਦੇ ਨਾਲ, ਜਿਹੜੀ ਕਿ ਭਾਨਾ ਜੀ ਦੀ ਸਪੁੱਤਰੀ ਹੈ। ਤੇ ਭਾਨਾ ਜੀ ਜਿਹੜੇ ਨੇ ਉਹ ਜ਼ਮੀਨੀ ਬੰਦੋਬਸਤ ਦੇ ਵਿੱਚ ਕਾਨੂੰਗੋ ਨੇ, ਜਿਹੜਾ ਪਟਵਾਰੀ ਤੋਂ ਉੱਪਰ ਦਾ ਅਹੁਦਾ ਹੈ। ਇਸ ਦਾ ਭਾਵ ਹੈ ਕਿ ਖਾਂਦਾ ਪੀਂਦਾ ਵਧੀਆ, ਉਹਨਾਂ ਸਮਿਆਂ ਦੇ ਵਿੱਚ ਚੰਗੇ ਆਰਥਿਕ ਮਿਆਰ ਵਾਲਾ ਪਰਿਵਾਰ ਹੈ। ਇਹਨਾਂ ਦੇ ਘਰ ਦੋ ਪੁੱਤਰ ਪਹਿਲਾਂ ਵੀ ਜਨਮ ਲੈਂਦੇ ਨੇ ਤੇ 1695 ਈਸਵੀ ਦੇ ਵਿੱਚ, ਤਕਰੀਬਨ ਕੁਝ ਸਰੋਤਾਂ ਦੇ ਮੁਤਾਬਕ ਦਸੰਬਰ 1695 ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਇੱਕ ਬੇਟਾ, ਇੱਕ ਪੁੱਤਰ ਜਨਮ ਲੈਂਦਾ ਹੈ, ਜਿਸ ਦਾ ਨਾਮ ਜ਼ੋਰਾਵਰ ਰੱਖਿਆ ਜਾਂਦਾ ਹੈ। ਕੁਝ ਸਰੋਤ ਇਹ ਵੀ ਦੱਸਦੇ ਨੇ ਕਿ ਇਹ ਪਰਿਵਾਰ ਜਿਹੜਾ ਹੈ ਪੀੜ੍ਹੀ ਦਰ ਪੀੜ੍ਹੀ ਗੁਰੂ ਸਾਹਿਬਾਨ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਸੀ। ਉਹ ਤਾਂ ਇਸ ਗੱਲ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਬੱਚਾ 5 ਸਾਲ ਦਾ ਹੁੰਦਾ ਹੈ, ਭਾਵ 1695 ਦਸੰਬਰ ਦੇ ਵਿੱਚ ਜਨਮ, ਤੇ 1700 ਦੇ ਵਿੱਚ ਇਹ ਦੋਵੇਂ ਜੀ ਆਪਣੇ ਛੋਟੇ ਪੁੱਤਰ ਨੂੰ ਲੈ ਕੇ ਅਨੰਦਪੁਰ ਸਾਹਿਬ ਜਾਂਦੇ ਨੇ। ਵੱਡੇ ਪੁੱਤਰਾਂ ਦੀ ਉਮਰ ਦੇ ਵਿੱਚ ਫਰਕ ਇੰਨਾ ਕੁ ਹੈ ਕਿ ਉਹ ਘਰੇਲੂ ਕਾਰੋਬਾਰ ਸੰਭਾਲਣ ਜੋਗੇ ਨੇ, ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ। ਛੋਟੇ ਪੁੱਤਰ ਨੂੰ ਲੈ ਕੇ, ਜਾਂ ਇਹ ਵੀ ਹੋ ਸਕਦਾ ਹੈ ਕਿ ਵੱਡੇ ਪੁੱਤਰ ਵੀ ਨਾਲ ਹੋਣ, ਕਿਉਂਕਿ ਕਿਸੇ ਸਰੋਤ ਦੇ ਵਿੱਚ ਜ਼ਿਆਦਾ ਵਿਸਥਾਰ ਦੇ ਨਾਲ ਜ਼ਿਕਰ ਨਹੀਂ ਮਿਲਦਾ। ਇਹ ਪਰਿਵਾਰ ਜਿਹੜਾ ਇਹ ਅਨੰਦਪੁਰ ਸਾਹਿਬ ਪਹੁੰਚਦਾ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਸੰਨ 1700 ਈਸਵੀ ਦੇ ਵਿੱਚ। ਇਹ ਉਹ ਦਿਨ ਨੇ ਜਦੋਂ ਮਾਤਾ ਜੀਤੋ ਜੀ ਅਕਾਲ ਚਲਾਣਾ ਕਰ ਚੁੱਕੇ ਨੇ, ਜਿਨ੍ਹਾਂ ਦਾ ਅੰਤਿਮ ਸੰਸਕਾਰ ਅਨੰਦਪੁਰ ਸਾਹਿਬ ਕੀਤਾ ਗਿਆ ਔਰ ਜਿਸ ਦਾ ਦਿਹਰਾ ਮੌਜੂਦ ਹੈ। ਸਾਹਿਬਜ਼ਾਦਾ ਫਤਿਹ ਸਿੰਘ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਉਮਰ ਬਹੁਤ ਛੋਟੀ ਹੈ ਉਸ ਵੇਲੇ।
ਸਾਹਿਬ ਅਜੀਤ ਸਿੰਘ ਹੁਣੀ ਸਭ ਤੋਂ ਵੱਡੇ ਨੇ। ਜਦੋਂ ਇਹ ਪਰਿਵਾਰ ਉੱਥੇ ਜਾਂਦਾ ਹੈ ਤੇ ਇਹਨਾਂ ਦਾ ਬੇਟਾ ਜਿਹੜਾ ਜ਼ੋਰਾਵਰ ਹੈ ਉਹ ਸਾਹਿਬਜ਼ਾਦਾ ਜ਼ੋਰਾਵਰ ਦਾ ਤਕਰੀਬਨ ਹਮ ਉਮਰ ਹੈ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਥੋੜਾ ਜਿਹਾ ਉਮਰ 'ਚ ਉਹ ਤੋਂ ਵਡੇਰਾ ਹੈ। ਸੋ ਇਹ ਸਾਹਿਬਜ਼ਾਦਿਆਂ ਦੇ ਨਾਲ ਇਹ ਬੱਚਾ ਖੇਡਦਾ ਹੈ ਤੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੀ ਆਜੂ ਉਸ ਵੇਲੇ ਕਾਫੀ ਜ਼ਿਆਦਾ ਹੋ ਚੁੱਕੀ ਹੈ, ਉਹ ਛੋਟੇ ਬੱਚਿਆਂ ਦੀ ਸੰਭਾਲ ਵੀ ਕਰਦੇ ਨੇ। ਭਾਵ ਕਿ ਤੁਸੀਂ ਸ਼ਹਾਦਤ ਦੇ ਸਮੇਂ ਤੱਕ ਵੀ ਵੇਖਿਆ ਹੋਵੇਗਾ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਦਾਦੀ ਮਾਂ ਦੇ ਨਾਲ ਹੀ ਹੁੰਦੇ ਨੇ। ਸੋ ਦਾਦੀ ਮਾਂ ਦਾ ਉਹਨਾਂ ਨੇ ਗੋਦ ਦਾ ਨਿੱਘ ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਜੀਤੋ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਭ ਤੋਂ ਵੱਧ ਮਾਣਿਆ। ਇਹ ਜਿਹੜੇ ਬੀਬੀ ਭਿੱਖੀ ਜੀ ਨੇ, ਇਹ ਜਦੋਂ ਵੇਖਦੇ ਨੇ ਕਿ ਮੇਰੇ ਬੇਟੇ ਜ਼ੋਰਾਵਰ ਦਾ ਸਾਹਿਬਜ਼ਾਦਿਆਂ ਦੇ ਨਾਲ ਬਹੁਤ ਦਿਲ ਲੱਗਾ ਹੈ ਤੇ ਸਾਹਿਬਜ਼ਾਦੇ ਵੀ ਉਹਦੇ ਨਾਲ ਬਹੁਤ ਪਿਆਰ ਕਰਦੇ ਨੇ ਤੇ ਆਪਣੇ ਪਤੀ ਦੇ ਨਾਲ ਸਲਾਹ ਕਰਦੇ ਨੇ। ਬਹੁਤ ਵੱਡੀ ਗੱਲ ਹੈ, ਆਪਣੇ ਪਤੀ ਦੇ ਨਾਲ ਸਲਾਹ ਕਰਦੇ ਨੇ ਕਿ ਇੱਕ ਤਾਂ ਸਾਡਾ ਬੇਟਾ ਵੀ ਇੱਥੇ ਰਹਿ ਕੇ ਚੰਗੀ ਧਾਰਮਿਕ ਤੇ ਸ਼ਸਤਰ ਵਿੱਦਿਆ ਗ੍ਰਹਿਣ ਕਰੇਗਾ। ਦੂਸਰੀ ਗੱਲ, ਮਾਤਾ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸੰਭਾਲ ਕਰਨੀ ਪੈਣੀ ਹੈ ਤੇ ਕਿਉਂ ਨਾ ਹੋਵੇ ਜੇਕਰ ਤੁਸੀਂ ਪਿੰਡ ਜਾ ਕੇ ਕਾਰੋਬਾਰ ਨੂੰ ਸੰਭਾਲ ਲਵੋ ਤੇ ਮੈਂ ਮਾਤਾ ਜੀ ਦੀ ਸੇਵਾ ਦੇ ਵਿੱਚ ਆਪਣੇ ਛੋਟੇ ਬੇਟੇ ਨੂੰ ਲੈ ਕੇ ਰਵਾਂ। ਸੋ ਇਹ ਜਿਹੜਾ ਨੱਥੂ ਰਾਮ ਜੀ ਨੇ, ਇਹ ਤਾਂ ਇਕੱਲੇ ਜਾਂ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਕੇ ਹੋ ਸਕਦਾ ਇਹਨਾਂ ਦੇ ਵੱਡੇ ਬੇਟੇ ਵੀ ਨਾਲ ਹੋਣ, ਉਹਨਾਂ ਨੂੰ ਨਾਲ ਲੈ ਕੇ ਵਾਪਸ ਆਪਣੇ ਪਿੰਡ ਬੱਸੀ ਪਠਾਣਾ ਆ ਜਾਂਦੇ ਨੇ। ਤੇ ਇਹਨਾਂ ਦੀ ਧਰਮ ਪਤਨੀ ਬੀਬੀ ਭਿੱਖੀ ਔਰ ਇਹਨਾਂ ਦਾ ਸਭ ਤੋਂ ਛੋਟਾ ਬੇਟਾ ਜ਼ੋਰਾਵਰ, ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਰਹਿ ਪੈਂਦੇ ਨੇ ਤੇ ਇਹਨਾਂ ਦੇ ਮਾਤਾ ਜੀ ਮਾਤਾ ਗੁਜਰ ਕੌਰ ਦੀ ਖਿਦਮਤ ਦੇ ਵਿੱਚ ਨੇ। ਉਸੇ ਸਾਲ ਹੀ ਇਤਿਹਾਸਕ ਸਰੋਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ, ਤਕਰੀਬਨ ਦਸੰਬਰ 1700 ਦੇ ਵਿੱਚ ਜ਼ੋਰਾਵਰ ਸਿੰਘ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਹਿਣ ਦੇ ਉੱਪਰ ਖੰਡੇ ਬਾਟੇ ਦੀ ਪਾਹੁਲ ਬਖਸ਼ਿਸ਼ ਕੀਤੀ ਜਾਂਦੀ ਹੈ ਤੇ ਇਹ ਜ਼ੋਰਾਵਰ ਸਿੰਘ ਬਣਦਾ ਹੈ। ਹੁਣ ਇਹ ਨੱਥੂ ਰਾਮਦਾਸ ਪੁੱਤਰ ਜ਼ੋਰਾਵਰ ਸਿੰਘ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਹੁਣਾਂ ਦੇ ਨਾਲ ਖੇਡਦਾ ਹੈ, ਸ਼ਸਤਰ ਵਿੱਦਿਆ ਸਿੱਖਦਾ ਹੈ, ਵਿੱਦਿਆ ਗ੍ਰਹਿਣ ਕਰਦਾ ਹੈ, ਇੱਥੋਂ ਤੱਕ ਕਿ ਕੁਸ਼ਤੀ ਦੇ ਅਖਾੜਿਆਂ ਦੇ ਵਿੱਚ ਵੀ ਉਹਨਾਂ ਦੇ ਨਾਲ ਹੁੰਦਾ ਹੈ। ਇੱਕ ਦਿਨ ਕੀ ਘਟਨਾਕ੍ਰਮ ਵਾਪਰਦੀ ਹੈ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਨੱਥੂ ਰਾਮ ਜੀ ਦਾ ਸਪੁੱਤਰ ਜ਼ੋਰਾਵਰ ਸਿੰਘ, ਇਹ ਦੋਵੇਂ ਆਪਸ ਦੇ ਵਿੱਚ ਕੁਸ਼ਤੀ ਲੜ ਰਹੇ ਨੇ। ਇਹ ਉਮਰ ਦੇ ਵਿੱਚ ਸਾਹਿਬਜ਼ਾਦਾ ਤੋਂ ਥੋੜਾ ਜਿਹਾ ਵੱਡਾ ਸੀ ਜ਼ੋਰਾਵਰ ਸਿੰਘ ਹੋਣਾ ਤੋਂ, ਤੇ ਕੁਸ਼ਤੀ ਲੜਦਿਆਂ ਇੱਕ ਦਾ ਦੇ ਨਾਲ ਇਹ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਉੱਥੇ ਅਖਾੜੇ ਦੇ ਵਿੱਚ ਢਾਹ ਲੈਂਦੇ ਨੇ। ਤੇ ਜਦੋਂ ਢਾਹ ਲੈਂਦੇ ਨੇ ਤਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਨੂੰ ਗਲ ਦੇ ਵਿੱਚ ਲੈ ਕੇ ਕਹਿੰਦੇ ਨੇ ਕਿ ਤੂੰ ਵੀ ਤਾਂ ਮੇਰਾ ਪੁੱਤਰ ਹੈ, ਤੂੰ ਵੀ ਤਾਂ ਮੇਰਾ ਜ਼ੋਰਾਵਰ ਸਿੰਘ ਹੈ, ਤੂੰ ਵੀ ਤਾਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹੈ। ਭਾਵ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੇ ਵਿੱਚ ਤੇ ਤੇਰੇ ਵਿੱਚ ਮੈਨੂੰ ਕੋਈ ਅੰਤਰ ਨਹੀਂ, ਤੁਸੀਂ ਦੋਵੇਂ ਹੀ ਮੇਰੇ ਪੁੱਤਰ ਹੋ। ਸੋ ਉਸ ਤੋਂ ਬਾਅਦ ਇਹ ਸ਼ਬਦ ਜੁੜ ਜਾਂਦਾ ਹੈ ਕਿ ਨਾਦੀ ਜਾਂ ਫਿਰ ਪਾਲਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਭਾਵ ਕਿ ਕਿਹਾ ਹੋਇਆ। ਹੁਣ ਜਿਸ ਵੇਲੇ 1704 ਦੇ ਵਿੱਚ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਜਾਂਦਾ ਹੈ ਤੇ 1695 ਦਾ ਜ਼ੋਰਾਵਰ ਸਿੰਘ ਹੋਣਾ ਦਾ ਜਨਮ ਹੈ, ਜਿਹੜੇ ਮਤਵੰਨੇ ਪੁੱਤਰ ਨੇ ਜਾਂ ਮਤਵੰਨੇ ਸਾਹਿਬਜ਼ਾਦੇ ਨੇ। ਤੇ 1704 ਦੇ ਵਿੱਚ ਇਹਨਾਂ ਦੀ ਆਯੂ 9 ਸਾਲ ਹੈ। ਸੋ ਜਿਸ ਵੇਲੇ ਅਨੰਦਪੁਰ ਸਾਹਿਬ ਨੂੰ ਛੱਡਿਆ ਜਾਂਦਾ ਹੈ ਤੇ 9 ਸਾਲ ਦੀ ਆਯੂ ਦੇ ਵਿੱਚ ਇਹ ਵਹੀਰ ਦੇ ਨਾਲ ਹੀ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ। ਸਰਸਾ ਦੇ ਕੰਢੇ ਦੇ ਉੱਪਰ ਯੁੱਧ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਮਲਕਪੁਰ ਰੰਗੜਾਂ ਦੇ ਵਿੱਚ ਯੁੱਧ ਹੁੰਦਾ ਹੈ, ਜਿੱਥੋਂ ਰੋਪੜ ਵਾਲੇ ਪਾਸੇ ਤੋਂ ਆਈ ਫੌਜ ਸਿੰਘਾਂ ਦੇ ਉਸ ਜਥੇ ਦੇ ਉੱਪਰ ਹਮਲਾ ਕਰਦੀ ਹੈ, ਜਿਸ ਦੀ ਅਗਵਾਈ ਬਾਬਾ ਬਚਿੱਤਰ ਸਿੰਘ, ਜਿਹੜੇ ਭਾਈ ਮਨੀ ਸਿੰਘ ਦੇ ਸਪੁੱਤਰ ਨੇ, ਉਹ ਕਰ ਰਹੇ ਨੇ। ਉਹਦੇ ਵਿੱਚ ਭਾਈ ਮਨੀ ਸਿੰਘ ਦੇ ਸਪੁੱਤਰ ਬਾਬਾ ਬਚਿੱਤਰ ਸਿੰਘ ਜੀ ਜ਼ਖਮੀ ਹੁੰਦੇ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਵੱਡੇ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਤੇ ਸਾਹਿਬ ਜੁਝਾਰ ਸਿੰਘ ਜੀ ਤੇ ਕੁਝ ਹੋਰ ਸਿੰਘ ਜਿਹੜੇ ਨੇ, ਉਹ ਕੋਟਲਾ ਨਿਹੰਗ ਖਾਨ ਦੇ ਘਰ ਦੇ ਵਿੱਚ, ਉਸ ਦੀ ਹਵੇਲੀ ਦੇ ਵਿੱਚ ਪਹੁੰਚ ਜਾਂਦੇ ਨੇ। ਹੁਣ ਇੱਥੇ ਦੋ ਗੱਲਾਂ ਨੇ। ਕੁਝ ਸਰੋਤ ਕਹਿੰਦੇ ਨੇ ਕਿ ਜਿਹੜਾ ਪਾਲਿਤ ਜ਼ੋਰਾਵਰ ਸਿੰਘ ਹੈ, ਮਤਵੰਨਾ ਜ਼ੋਰਾਵਰ ਸਿੰਘ ਜਿਹੜਾ ਸੀ, ਕਿਉਂਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ
ਮਾਤਾ ਗੁਜਰ ਕੌਰ ਜੀ ਦੇ ਨਾਲ, ਫਤਿਹ ਸਿੰਘ ਹੁਣਾਂ ਦੇ ਨਾਲ ਚਲੇ ਜਾਂਦੇ ਨੇ। ਪਰ ਇਹ ਜਿਹੜਾ ਨੱਥੂ ਰਾਮਦਾਸ ਪੁੱਤਰ ਹੈ, ਜਿਸ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਲਤ ਜੋਰਾਵਰ ਸਿੰਘ ਸਾਹਿਬਜ਼ਾਦਾ ਦਾ ਨਾਮ ਦਿੱਤਾ ਹੈ, ਦੋ ਸਾਡੇ ਕੋਲ ਵੱਖ-ਵੱਖ ਸਰੋਤ ਨੇ। ਇੱਕ ਸਰੋਤ ਕਹਿੰਦਾ ਹੈ ਕਿ ਇਹ ਭਾਈ ਬਚਿੱਤਰ ਸਿੰਘ ਵਾਲੇ ਜਥੇ ਦੇ ਵਿੱਚ ਸਨ ਤੇ ਜਦੋਂ ਇਹ ਜ਼ਖਮੀ ਹੋ ਗਏ ਤੇ ਇਹਨਾਂ ਦੇ ਜ਼ਖਮੀ ਹੋਣ ਦੀ ਖਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਮਿਲੀ ਤਾਂ ਉਸ ਵੇਲੇ ਸਾਹਿਬ ਅਜੀਤ ਸਿੰਘ ਤੇ ਸਰਦਾਰ ਬੁੱਢਾ ਸਿੰਘ ਨੇ ਇਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਬਾਬਾ ਬਚਿੱਤਰ ਸਿੰਘ ਦੇ ਨਾਲ ਚੁੱਕ ਕੇ ਲਿਆਂਦਾ। ਵੈਸੇ ਕਾਫੀ ਹੱਦ ਤੱਕ ਇਹ ਗੱਲ ਸਹੀ ਵੀ ਲੱਗਦੀ ਹੈ। ਖੈਰ, ਇਹ 7 ਪੋਹ ਦਾ ਦਿਨ ਹੈ। 7 ਪੋਹ ਦੀ ਰਾਤ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੇ ਆਪਣੇ ਬਾਕੀ ਦੇ ਸਿੰਘ ਜਿਹੜੇ ਤੇ 2 ਵੱਡੇ ਸਾਹਿਬਜ਼ਾਦੇ ਤੇ ਇੱਕ ਇਹ ਪਾਲਿਤ ਜੋਰਾਵਰ ਸਿੰਘ, ਇਹਨੂੰ ਲੈ ਕੇ ਜਾਂਦੇ ਨੇ ਚਮਕੌਰ ਵਾਲੇ ਪਾਸੇ। ਚਮਕੌਰ ਦੀ ਗੜੀ ਦੇ ਵਿੱਚ 7 ਪੋਹ ਦੀ ਰਾਤ ਨੂੰ ਪਹੁੰਚਦੇ ਨੇ। ਘੇਰਾ ਜਿਹੜਾ ਉਹ ਦਿਨ ਚੜ੍ਹਦਿਆਂ ਹੀ ਪੈ ਜਾਂਦਾ ਹੈ। ਨਾਹਰ ਖਾਨ ਉਸ ਘੇਰੇ ਦੀ ਅਗਵਾਈ ਕਰਦਾ ਹੈ, ਜਿਸ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਵੀ ਕੀਤਾ ਹੋਇਆ। ਚੁਦੀਦਮ ਬਾ ਨਾਹਰ ਬਾ ਆਮਦ ਬਾ ਜ਼ੰਗ ਚਸ਼ੀਦੇ ਯਕੇ ਤੀਰ ਮਨ ਬੇਤਰੰਗ। ਸਾਰਾ ਦਿਨ ਮੈਦਾਨੇ ਜੰਗ ਦੇ ਵਿੱਚ ਸਿੰਘਾਂ ਨੂੰ ਜੂਝਣਾ ਪੈਂਦਾ ਹੈ। ਸਾਹਿਬਜ਼ਾਦੇ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ ਤੇ 8 ਪੋਹ ਦੀ ਰਾਤ ਨੂੰ ਜੇਕਰ ਪਹਿਰਾਂ ਦੇ ਹਿਸਾਬ ਦੇ ਨਾਲ ਵਕਤ ਵੇਖਿਆ ਜਾਵੇ ਤਾਂ ਤਕਰੀਬਨ 10:30 ਤੋਂ 11 ਵਜੇ ਜਿਹੜਾ ਸਾਹਿਬਜ਼ਾਦਾ ਪਾਲਿਤ ਜੋਰਾਵਰ ਸਿੰਘ ਹੈ, ਇਸ ਨੂੰ ਕਲਗੀਧਰ ਪਾਤਸ਼ਾਹ ਆਪਣਾ ਹੁਕਮ ਦੇ ਦਿੰਦੇ ਨੇ ਕਿ ਤੁਸੀਂ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲ ਜਾਓ। ਪਾਲਿਤ ਜੋਰਾਵਰ ਸਿੰਘ ਨਿਕਲ ਜਾਂਦੇ ਨੇ। ਹੁਣ ਜਦੋਂ ਇਹ ਨਿਕਲ ਕੇ ਪਹੁੰਚਦੇ ਨੇ ਕੋਟਲਾ ਨਿਹੰਗ ਖਾਨ ਭਾਈ ਗੁਰਸਾ ਸਿੰਘ ਜੀ ਦੇ ਘਰ, ਸੈਣੀ ਬਰਾਦਰੀ ਦੇ ਵਿੱਚੋਂ ਨੇ ਭਾਈ ਗੁਰਸਾ ਸਿੰਘ ਜੀ, ਉਹਨਾਂ ਦੇ ਘਰ ਪਹੁੰਚਦੇ ਨੇ ਤੇ ਉਸ ਸਮੇਂ ਇਹਨਾਂ ਦੇ ਜਿਸਮ ਦੇ ਉੱਪਰ 22 ਫੱਟ ਨੇ। ਹੁਣ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਇਹ ਫੱਟ ਹੋ ਸਕਦਾ ਹੈ ਚਮਕੌਰ ਦੀ ਗੜੀ ਚੋਂ ਨਿਕਲਦਿਆਂ ਵੀ ਦੁਸ਼ਮਣ ਨੇ ਹਮਲਾ ਕੀਤਾ ਹੋਵੇ ਤੇ ਉਸ ਵੇਲੇ ਲੱਗੇ ਹੋਣ, ਤੇ ਇਹ ਵੀ ਹੋ ਸਕਦਾ ਹੈ ਕਿ ਜਦੋਂ ਬਾਬਾ ਬਚਿੱਤਰ ਸਿੰਘ ਦੇ ਨਾਲ ਇਹਨਾਂ ਨੂੰ ਚੁੱਕ ਕੇ ਆਂਦਾ ਸੀ, ਹੋ ਸਕਦਾ ਉਦੋਂ ਵੀ ਇਹਨਾਂ ਨੂੰ ਫੱਟ ਲੱਗੇ ਹੋਣ। ਭਾਵ ਇਹ ਕਿ ਜਿਸ ਵੇਲੇ ਇਹ ਦੁਬਾਰਾ ਕੋਟਲਾ ਨਿਹੰਗ ਖਾਨ ਸਰਦਾਰ ਗੁਰਸਾ ਸਿੰਘ ਸੈਣੀ ਦੇ ਘਰ ਦੇ ਵਿੱਚ ਪਹੁੰਚਦੇ ਨੇ ਤੇ ਉਦੋਂ ਇਹਨਾਂ ਦੇ ਜਿਸਮ ਦੇ ਉੱਪਰ 22 ਫੱਟ ਨੇ। ਉਹ ਸਰਦਾਰ ਗੁਰਸਾ ਸਿੰਘ ਆਪਣੇ ਇੱਕ ਸਾਥੀ, ਜਿਹੜੇ ਕੁਝ ਸਰੋਤਾਂ ਦੇ ਮੁਤਾਬਕ ਇਹਨਾਂ ਦਾ ਰਿਸ਼ਤੇਦਾਰ ਵੀ ਹੈ, ਭਾਈ ਬੱਗਾ ਸਿੰਘ, ਉਸ ਨੂੰ ਬੁਲਾਉਂਦੇ ਨੇ ਤੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਦੇ ਨੇ ਕਿ ਜੋਰਾਵਰ ਸਿੰਘ ਜ਼ਖਮੀ ਹੋ ਚੁੱਕਾ ਹੈ, ਬਹੁਤ ਜ਼ਿਆਦਾ ਜ਼ਖਮ ਨੇ, ਸਰੀਰ ਦੇ ਉੱਪਰ 22 ਜ਼ਖਮ, ਇਹਨਾਂ ਦਾ ਇਲਾਜ ਕਿਵੇਂ ਕਰਵਾਇਆ ਜਾਵੇ। ਆਸੇ-ਪਾਸੇ ਤਾਂ ਫੌਜ ਜਿਹੜੀ ਹੈ ਉਹ ਲੱਭਦੀ ਫਿਰ ਰਹੀ ਹੈ ਵੀ ਕਿਤੇ ਕੋਈ ਸਿੱਖ ਮਿਲ ਜਾਵੇ, ਕਿਉਂਕਿ ਕੋਟਲਾ ਨਿਹੰਗ ਖਾਨ ਦੇ ਵਿੱਚ ਉਸੇ ਦਿਨ ਹੀ ਤਾਂ ਜ਼ਾਫਰ ਫੇਗ ਜਿਹੜਾ ਰੋਪੜ ਦੀ ਚੌਂਕੀ ਦਾ ਫੌਜਦਾਰ ਆ, ਉਸਨੇ ਕੋਟਲਾ ਨਿਹੰਗ ਖਾਨ ਦੇ ਘਰ ਦੇ ਵਿੱਚ ਘੇਰਾ ਪਾਇਆ ਹੋਇਆ ਹੈ ਕਿ ਤੁਹਾਡੇ ਘਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਕੋਈ ਸਿੱਖ ਹੈ ਜਾਂ ਗੁਰੂ ਸਾਹਿਬ ਆਏ ਸਨ। ਸੋ ਸਾਰਾ ਇਲਾਕਾ ਜਿਹੜਾ ਫੌਜ ਦੇ ਵੱਲੋਂ ਘੇਰਿਆ ਗਿਆ ਹੈ। ਫਿਰ ਇਹ ਸਰਦਾਰ ਗੁਰਸਾ ਸਿੰਘ ਤੇ ਬੱਗਾ ਸਿੰਘ ਕੀ ਕਰਦੇ ਨੇ, ਇਹ ਇੱਕ ਰੇੜੇ ਦੇ ਵਿੱਚ ਥੱਲੇ ਲੱਕੜਾਂ ਰੱਖਦੇ ਨੇ, ਵਿਚਕਾਰ ਉਸ ਨੂੰ ਲਟਾਉਂਦੇ ਨੇ ਜ਼ਖਮੀ ਹੋਏ ਪਾਲਿਤ ਜੋਰਾਵਰ ਸਿੰਘ ਨੂੰ, ਉੱਪਰ ਫਿਰ ਲੱਕੜਾਂ ਰੱਖ ਕੇ ਤੇ ਇਹ ਉਸ ਨੂੰ ਲੈ ਕੇ ਪਹੁੰਚਦੇ ਨੇ ਬਡਹੇੜੀ ਪਿੰਡ ਦੇ ਵਿੱਚ। ਬਡਹੇੜੀ ਪਿੰਡ ਦੇ ਵਿੱਚ ਰਹਿੰਦੀ ਹੈ ਮਾਈ ਪੂਪਾਂ। ਮਾਈ ਪੂਪਾਂ ਗੁਰੂ ਘਰ ਦੀ ਸ਼ਰਧਾਲੂ ਸੀ ਤੇ ਹਰ ਸਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਸਤੇ ਹੱਥੀਂ ਕੱਤ ਕੇ ਖੱਦਰ ਦੀਆਂ ਚਾਦਰਾਂ ਜਾਂ ਫਿਰ ਬਸਤਰ ਭੇਜਿਆ ਕਰਦੀ ਸੀ। ਪਰ ਉਹਦੀ ਇੱਕ ਖੂਬੀ ਸੀ ਕਿ ਉਹਦਾ ਘਰ ਵਾਲਾ ਪਹਿਲਾਂ ਹਿਕਮਤ ਦੇ ਵਿੱਚ ਮਾਹਰ ਸੀ। ਉਹਦੀ ਮੌਤ ਤੋਂ ਬਾਅਦ ਸਾਰੀ ਹਿਕਮਤ ਜਿਹੜੀ ਇਹ ਸਿੱਖ ਚੁੱਕੀ ਸੀ ਤੇ ਇਲਾਕੇ ਦੇ ਵਿੱਚ ਇਹ ਹਿਕਮਤ ਦੇ ਵਿੱਚ ਇਲਾਜ ਕਰਨ ਦੇ ਵਿੱਚ ਬਿਮਾਰੀਆਂ ਦਾ ਬਹੁਤ ਜ਼ਿਆਦਾ ਮਸ਼ਹੂਰ ਸੀ। ਹਕੀਮ ਤੋਂ ਬਾਅਦ ਜਿਹੜਾ ਸ਼ਬਦ ਹਿਕਮਤ ਆ ਜਾਂਦਾ, ਇਲਾਜ ਕਰਨਾ, ਕਹਿ ਸਕਦੇ ਹੋ ਕਿ ਇਹ ਬੀਬੀ ਉਸ ਸਮੇਂ ਇੱਕ ਡਾਕਟਰ ਸੀ। ਸੋ ਇਹਦੇ ਕੋਲ ਸਰਦਾਰ ਜੋਰਾਵਰ ਸਿੰਘ ਨੂੰ ਛੱਡਿਆ ਜਾਂਦਾ ਹੈ। ਜੋਰਾਵਰ ਸਿੰਘ ਜਿਹੜੇ ਨੇ ਉਹਨਾਂ ਦਾ ਇਲਾਜ ਬੀਬੀ ਪੂਪਾਂ ਦੇ ਗ੍ਰਹਿ ਵਿਖੇ ਬਡਹੇੜੀ ਪਿੰਡ ਦੇ ਵਿੱਚ ਹੁੰਦਾ ਹੈ। ਜਦੋਂ ਇਹ ਬਿਲਕੁਲ ਤੰਦਰੁਸਤ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਉਗਾਣੀ ਪਿੰਡ ਦੇ ਵਿੱਚ ਭਜਨ ਦਾਸ ਉਦਾਸੀ ਦੇ ਡੇਰੇ ਉੱਪਰ ਆ ਜਾਂਦੇ ਨੇ। ਬੇਸ਼ੱਕ ਅੰਮ੍ਰਿਤਧਾਰੀ ਨੇ, ਮੈਂ ਪਹਿਲਾਂ ਦੱਸਿਆ ਕਿ ਦਸੰਬਰ 1700 ਦੇ ਵਿੱਚ ਇਹ ਖੰਡੇ ਬਾਟੇ ਦੀ ਪਾਹੁਲ ਛਕ ਚੁੱਕੇ ਨੇ, ਜੋਰਾਵਰ ਤੋਂ ਜੋਰਾਵਰ ਸਿੰਘ ਬਣ ਚੁੱਕੇ ਨੇ, ਪਰ ਹਾਲਾਤ ਉਦੋਂ ਇਸ ਤਰ੍ਹਾਂ ਦੇ ਨੇ ਕਿ ਇਹ ਉਸ ਸਮੇਂ ਉਦਾਸੀਆਂ ਦੇ ਡੇਰੇ ਦੇ ਵਿੱਚ ਆਪਣਾ ਕੁਝ ਸਮਾਂ ਜਿਹੜਾ ਬਤੀਤ ਕਰਦੇ ਨੇ। ਉਸ ਤੋਂ ਬਾਅਦ ਜਦੋਂ ਹਾਲਾਤ ਥੋੜੇ ਜਿਹੇ ਸਾਜ਼ਗਾਰ ਹੁੰਦੇ ਨੇ, ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤਲਵੰਡੀ ਸਾਬੋ ਪਹੁੰਚ ਚੁੱਕੇ ਨੇ ਤੇ ਇੱਧਰ ਦੀ ਹਕੂਮਤ ਸਮਝਦੀ ਹੈ ਕਿ ਉਹ ਸਾਡੇ ਇਲਾਕੇ 'ਚੋਂ ਪਹੁੰਚ ਕੇ ਦੂਜੇ ਸੂਬੇ ਦੇ ਵਿੱਚ ਜਾ ਚੁੱਕੇ ਨੇ,
ਥੋੜੇ ਜਿਹੇ ਹਾਲਾਤ ਜਦੋਂ ਸਾਜ਼ਗਾਰ ਹੁੰਦੇ ਨੇ ਤਾਂ ਉਸ ਵੇਲੇ ਇਹ ਆਪਣੇ ਪਿੰਡ ਫਿਰ ਬੱਸੀ ਪਠਾਣਾ ਆ ਜਾਂਦੇ ਨੇ। ਬੱਸੀ ਪਠਾਣਾ ਆ ਕੇ ਫਿਰ ਜਿਹੜੇ ਬੱਸੀ ਪਠਾਣਾ ਦੇ ਲੋਕ, ਕਿਉਂਕਿ ਆਪ ਨੂੰ ਯਾਦ ਹੋਏਗਾ ਕਿ ਇੱਥੋਂ ਦਾ ਹੀ ਜਿਹੜਾ ਬ੍ਰਾਹਮਣ ਸੀਗਾ ਜਿਹੜਾ ਆਨੰਦਪੁਰ ਸਾਹਿਬ ਗਿਆ ਸੀ ਕਿ ਮੇਰੀ ਬੇਟੀ ਨੂੰ ਪਠਾਨ ਲੈ ਗਿਆ, ਤੇ ਸਾਹਿਬ ਅਜੀਤ ਸਿੰਘ ਨੇ ਇੱਥੇ ਆ ਕੇ ਉਸ ਪਠਾਨ ਨੂੰ ਸਜ਼ਾ ਦਿੱਤੀ ਸੀ ਤੇ ਉਸ ਬੱਚੀ ਦੀ ਇੱਜ਼ਤ ਬਚਾਈ ਸੀ। ਕਹਿਣ ਤੋਂ ਭਾਵ ਕਿ ਬੱਸੀ ਪਠਾਣਾ ਦੇ ਬਹੁਤ ਸਾਰੇ ਪਰਿਵਾਰ ਗੁਰੂ ਘਰ ਦੇ ਸ਼ਰਧਾਲੂ ਨੇ, ਔਰ ਇਸ ਪਿੰਡ ਦੇ ਵਿੱਚ ਪਹੁੰਚ ਕੇ ਇਹਨੂੰ ਪਤਾ ਲੱਗ ਜਾਂਦਾ ਹੈ ਸਰਦਾਰ ਜ਼ੋਰਾਵਰ ਸਿੰਘ ਨੂੰ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਸਹੀ ਸਲਾਮਤ ਨਿਕਲ ਕੇ ਕਿਸੇ ਹੋਰ ਇਲਾਕੇ 'ਚ ਚਲੇ ਗਏ ਨੇ। ਇਹ ਵੀ ਪਤਾ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਦੇਵਾਂ ਜੀ ਉਹ ਦਿੱਲੀ ਦੇ ਵਿੱਚ ਨੇ। ਇਹਦੇ ਕੋਲ ਇਹ ਕੋਈ ਖਬਰ ਨਹੀਂ ਕਿ ਗੁਰੂ ਸਾਹਿਬ ਕਿੱਥੇ ਨੇ, ਪਰ ਇਹ ਪਤਾ ਲੱਗ ਜਾਂਦਾ ਹੈ ਕਿ ਗੁਰੂ ਕੇ ਮਹਿਲ ਮਾਤਾ ਜੀ ਉਹ ਦਿੱਲੀ ਨੇ। ਇਹ ਦਿੱਲੀ ਚਲਾ ਜਾਂਦਾ ਹੈ ਉਹਨਾਂ ਦੇ ਕੋਲ। ਹੁਣ ਵੇਖੋ ਕਿ ਆਜੂ ਉਸ ਸਮੇਂ ਕਿੰਨੀ ਛੋਟੀ ਹੈ, ਤਕਰੀਬਨ ਕੋਈ 10 ਸਾਲ ਦੀ ਉਮਰ, 10-11 ਸਾਲ ਦੀ ਉਮਰ। ਉਸ ਤੋਂ ਬਾਅਦ ਦਿੱਲੀ ਤੋਂ ਇਹ ਜਦੋਂ ਗੁਰੂ ਕੇ ਮਹਿਲ ਤਲਵੰਡੀ ਸਾਬੋ ਆਉਂਦੇ ਨੇ ਤੇ ਇਹ ਉਹਨਾਂ ਦੇ ਨਾਲ ਹੀ ਤਲਵੰਡੀ ਸਾਬੋ ਆ ਜਾਂਦਾ ਹੈ। ਤਲਵੰਡੀ ਸਾਬੋ ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕੁਝ ਸਮਾਂ ਰਹਿੰਦਾ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਇਸ ਨੂੰ ਬੋਪਾ ਰਾਏ ਪਿੰਡ ਭੇਜ ਦਿੰਦੇ ਨੇ ਸਿੱਖੀ ਦੇ ਪ੍ਰਚਾਰ ਦੇ ਵਾਸਤੇ। ਉਹ ਆਜੂ ਬਹੁਤ ਛੋਟੀ ਹੈ ਜੀ। ਉਸ ਤੋਂ ਬਾਅਦ ਇਸ ਨੂੰ ਇਹ ਪਤਾ ਲੱਗਦਾ ਉੱਥੇ ਹੀ ਕਿ ਗੁਰੂ ਸਾਹਿਬ ਨੇ ਦੱਖਣ ਦੀ ਤਿਆਰੀ ਕੀਤੀ ਹੈ। ਆਜੂ ਛੋਟੀ ਹੈ, ਘੋੜਾ ਲੈਂਦਾ ਹੈ, ਘੋੜੇ ਤੇ ਸਵਾਰ ਹੁੰਦਾ ਹੈ ਤੇ ਪਤਾ ਕਰਦਾ ਕਿ ਗੁਰੂ ਸਾਹਿਬ ਕਿਸ ਰਸਤੇ ਦੱਖਣ ਦੇ ਪਾਸੇ ਨੂੰ ਜਾ ਰਹੇ ਨੇ, ਤੇ ਇਹ ਗੁਰੂ ਸਾਹਿਬ ਨੂੰ ਇਤਮਾਦਪੁਰ ਦੇ ਲਾਗੇ ਜਾ ਕੇ ਫਿਰ ਮਿਲ ਪੈਂਦਾ ਹੈ। ਬੜਾ ਪਿਆਰ ਕਰਦੇ ਨੇ ਗੁਰੂ ਸਾਹਿਬ, ਬੁੱਕਲ ਦੇ ਵਿੱਚ ਲੈ ਕੇ, ਜੱਫੀ ਦੇ ਵਿੱਚ ਲੈ ਕੇ ਬੜਾ ਪਿਆਰ ਕਰਦੇ ਨੇ। ਮਿਲਾਪ ਹੋਇਆ। ਇਹ ਹੁਣ ਤਕਰੀਬਨ ਤੁਸੀਂ ਵੇਖ ਲਓ ਕਿ ਇਹ ਜਿਹੜੀ ਗੱਲ ਹੈ ਇਹ 1708 ਦੀ ਹੈ ਤੇ 1695 ਦਾ ਇਸ ਦਾ ਜਨਮ ਹੈ। ਉਸ ਵੇਲੇ ਇਸ ਦੀ ਆਯੂ 13 ਸਾਲ ਹੈ। ਗੁਰੂ ਸਾਹਿਬ ਨੂੰ ਮਿਲਦੇ ਨੇ। ਸੋ ਜਦੋਂ ਇਹ ਸਾਰਾ ਕਾਫਲਾ ਸਮੇਤ ਭਾਈ ਮਾਨ ਸਿੰਘ ਹੁਣਾਂ ਦੇ, ਦਇਆ ਸਿੰਘ ਹੁਣਾਂ ਦੇ, ਰਾਮ ਸਿੰਘ ਹੁਣਾਂ ਦੇ, ਸਰਦਾਰ ਦਇਆ ਸਿੰਘ ਪ੍ਰੋਹਿਤ, ਉਸ ਤੋਂ ਬਾਅਦ ਕਈ ਹੋਰ ਪਰਿਵਾਰ ਜਿਹੜੇ ਮਾਲਵੇ ਦੇ ਇਲਾਕੇ ਚੋਂ ਜਿਹੜੇ ਸਰਦਾਰ ਗੁਰੂ ਸਾਹਿਬ ਦੇ ਨਾਲ ਦੱਖਣ ਵਾਲੇ ਪਾਸੇ ਜਾ ਰਹੇ ਨੇ, ਚਿਤੌੜਗੜ੍ਹ ਦੇ ਕੋਲ ਰਾਜਸਥਾਨ ਦੇ ਵਿੱਚ, ਰਾਜਪੂਤਾਨੇ ਦੇ ਵਿੱਚ ਚਿਤੌੜਗੜ੍ਹ ਦੇ ਕੋਲ ਜਿਹੜੇ ਨੇ ਇਹਨਾਂ ਦਾ ਉੱਥੇ ਬਾਹਰ ਕਹਿ ਸਕਦੇ ਹੋ ਕਿ ਟੈਂਟ ਲੱਗਾ ਹੈ, ਸ਼ਮਿਆਨਾ ਲੱਗਾ ਹੈ, ਜਿੱਥੇ ਇਹਨਾਂ ਨੇ ਪੜਾਅ ਕੀਤਾ ਹੋਇਆ ਹੈ। ਤੇ ਇਹ ਸਰਦਾਰ ਜ਼ੋਰਾਵਰ ਸਿੰਘ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਲਿਤ ਜਾਂ ਮੁਤਵੰਨਾ ਸਾਹਿਬਜ਼ਾਦਾ। ਕੁਝ ਸਾਥੀਆਂ ਨੂੰ ਲੈ ਕੇ, ਕੁਝ ਸਰੋਤਾਂ ਦੇ ਮੁਤਾਬਕ ਬਾਬਾ ਮਾਨ ਸਿੰਘ ਨਿਸ਼ਾਨਚੀ ਵੀ ਇਹਨਾਂ ਦੇ ਨਾਲ ਸਨ। ਕੁਝ ਸਾਥੀਆਂ ਨੂੰ ਲੈ ਕੇ ਚਿਤੌੜਗੜ੍ਹ ਦੇ ਕਿਲੇ ਨੂੰ ਵੇਖਣ ਦੀ 13 ਸਾਲ ਦੀ ਆਜੂ ਸੀ, ਵੇਖਣ ਦੀ ਚੇਸ਼ਟਾ ਦੇ ਨਾਲ ਜਾਂ ਆਸ ਦੇ ਨਾਲ ਕਿਲੇ ਦੇ ਅੰਦਰ ਜਾਂਦਾ ਹੈ ਤੇ ਕਿਲੇ ਦੇ ਪਹਿਰੇਦਾਰ ਅੰਦਰ ਨਹੀਂ ਜਾਣ ਦਿੰਦੇ। ਉਹਦਾ ਇੱਕ ਕਾਰਨ ਹੈ ਕਿ ਜਦੋਂ ਦਾ ਚਿਤੌੜਗੜ੍ਹ ਕਿਲਾ ਭਾਰਤ ਦੇ ਬਾਦਸ਼ਾਹ ਅਕਬਰ ਦੇ ਅਧੀਨ ਆ ਗਿਆ ਸੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਗੈਰ ਮੁਸਲਮਾਨਾਂ ਦਾ ਦਾਖਲਾ ਬੰਦ ਕੀਤਾ ਗਿਆ ਸੀ। ਤਕਰੀਬਨ ਇਹ ਸਰੋਤ ਜ਼ਰੂਰ ਮਿਲਦਾ ਹੈ ਕਿ ਰਾਜਪੂਤਾਨੇ ਪਰਿਵਾਰ ਦੀਆਂ ਔਰਤਾਂ ਤਾਂ ਕੁਝ ਖਾਸ ਕਿਲੇ ਦੇ ਖਿੱਤਿਆਂ ਦੇ ਵਿੱਚ ਜਾਂ ਕੁਝ ਖਾਸ ਥਾਵਾਂ ਦੇ ਉੱਪਰ ਦਾਖਲ ਹੋ ਸਕਦੀਆਂ ਸੀ, ਪਰ ਗੈਰ ਮੁਸਲਮਾਨ ਕਿਲੇ ਦੇ ਵਿੱਚ ਦਾਖਲ ਨਹੀਂ ਸੀ ਹੋ ਸਕਦਾ। ਇਹ ਵੀ ਸਰੋਤਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਇਸ ਸਰਦਾਰ ਜ਼ੋਰਾਵਰ ਸਿੰਘ ਪਾਲਿਤ ਸਾਹਿਬਜ਼ਾਦਾ ਦੇ ਵੱਲੋਂ ਕਿਲੇ ਦੇ ਜਿਹੜੇ ਅਹਿਲਕਾਰ ਸੀ ਜਾਂ ਜਿਹੜੇ ਦਰਬਾਰੀ ਸੀ ਉਹਨਾਂ ਨੂੰ ਇਹ ਗੱਲ ਦੱਸੀ ਗਈ ਕਿ ਅਸੀਂ ਬੇਸ਼ੱਕ ਗੈਰ ਮੁਸਲਮਾਨ ਹਾਂ, ਪਰ ਅਸੀਂ ਹਿੰਦੂ ਨਹੀਂ ਜਿਨ੍ਹਾਂ ਦਾ ਦਾਖਲਾ ਬੰਦ ਕੀਤਾ ਗਿਆ, ਅਸੀਂ ਸਿੱਖ ਹਾਂ। ਪਰ ਇਹ ਵੀ ਜ਼ਿਕਰ ਮਿਲਦਾ ਕਿ ਜਦੋਂ ਇਹਨੇ ਸਿੱਖੀ ਦੀ ਗੱਲ ਕੀਤੀ ਤੇ ਉਹਨਾਂ ਨੇ ਜਿਹੜੇ ਦਰਬਾਨ ਖੜੇ ਹੋਏ ਸੀ ਉਹਨਾਂ ਨੇ ਗੁਰੂ ਸਾਹਿਬਾਨ ਦੇ ਬਾਰੇ ਅਪਸ਼ਬਦ ਬੋਲੇ, ਤੇ ਜਦੋਂ ਗੁਰੂ ਸਾਹਿਬਾਨ ਦੇ ਬਾਰੇ ਅਪਸ਼ਬਦ ਬੋਲੇ ਤੇ ਇਸ ਸਾਹਿਬ ਜ਼ੋਰਾਵਰ ਸਿੰਘ ਦੇ ਕੋਲੋਂ ਉਹ ਸ਼ਬਦ ਬਰਦਾਸ਼ਤ ਨਾ ਹੋਏ। 13 ਸਾਲ ਦੀ ਆਜੂ ਦੇ ਵਿੱਚ ਸ਼ਮਸ਼ੀਰ ਨੂੰ ਬੇਮਿਆਨ ਕਰ ਲਿਆ ਤੇ ਉੱਥੇ ਮੈਦਾਨੇ ਜੰਗ ਦੇ ਵਿੱਚ ਬਦਲ ਦਿੱਤਾ। ਉਸ ਚਿਤੌੜਗੜ੍ਹ ਦੇ ਦਰਵਾਜ਼ੇ ਤੇ ਬਾਹਰਲੀ ਜਗ੍ਹਾ ਨੂੰ, ਭਾਵ ਕਿ ਉਹਨਾਂ ਦਰਬਾਨਾਂ ਦੇ ਨਾਲ, ਪਹਿਰੇਦਾਰਾਂ ਦੇ ਨਾਲ ਮੈਦਾਨੇ ਜੰਗ ਵਾਂਗੂ ਮਿੱਥ ਕੇ ਜਿਹੜੀ ਜੰਗ ਆ ਉਹ ਸ਼ੁਰੂ ਕਰ ਦਿੱਤੀ। ਉਹਦੇ ਵਿੱਚ ਕੀ ਵਾਪਰਿਆ ਇਸ ਦਾ ਜ਼ਿਕਰ ਹਿਜਰੀ 1120 ਦੇ ਵਿੱਚ ਤਾਰੀਖੇ ਮੁਅੱਜ਼ਮ ਸ਼ਾਹੀ ਜਿਹੜੀ ਮੌਲਾਨਾ ਅਬਦੁਲ ਰਸੂਲ ਦੀ ਲਿਖੀ ਹੋਈ ਹੈ ਉਹਦੇ ਵਿੱਚ ਜਿਹੜੇ ਕੁਝ ਅੰਸ਼ ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਮੂਲ ਸਰੋਤ ਫਾਰਸੀ ਦਾ ਹੋਣ ਕਰਕੇ ਹੋ ਸਕਦਾ ਮੇਰੇ ਉਚਾਰਨ ਦੇ ਵਿੱਚ ਜਾਂ ਅਰਥਾਂ ਦੇ ਵਿੱਚ ਇੱਕ ਅੱਧੀ ਗਲਤੀ ਰਹਿ ਜਾਵੇ। ਸੰਗਤ ਬਖਸ਼ਣਯੋਗ ਵੀ ਹੈ ਤੇ ਸੁਧਾਰਨਯੋਗ ਵੀ ਹੈ। ਜਿਹੜੇ ਹੋਰ ਵੀਰਾਂ ਦੇ ਕੋਲ ਇਹ ਸਰੋਤ ਹੋਵੇਗਾ ਪੜ੍ਹ ਕੇ
ਉਹਦੇ ਵਿੱਚ ਹੋਰ ਸੁਧਾਰ ਵੀ ਕਰ ਸਕਦੇ ਨੇ। ਸੋ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਹਿਜਰੀ 1120, ਤਾਰੀਖ ਮੁਅਜ਼ਮ ਸ਼ਾਹੀ, ਕ੍ਰਿਤ ਮੌਲਾਨਾ ਅਬਦੁਲ ਰਸੂਲ, ਪਿਸਰੇ ਗੁਰੂ ਗੋਬਿੰਦ ਸਿੰਘ ਚੋਂ ਜ਼ੇਰ ਤੁੰਗ ਬਾ ਸੈਫ ਮਗਜ਼ ਸ਼ਿਕਨ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ ਆਪਣੀ ਉਹ ਤਲਵਾਰ ਮਿਆਨ ਦੇ ਵਿੱਚੋਂ ਕੱਢੀ ਜਿਸ ਦੇ ਨਾਲ ਸ਼ੇਰ ਦਾ ਵੀ ਮਗਜ਼ ਪਾੜਿਆ ਜਾ ਸਕਦਾ ਹੈ। ਇਹ ਉਹਦੀ ਤਲਵਾਰ ਦੀ ਤਾਰੀਫ ਹੈ, ਇਸਲਾਮੀ ਇਤਿਹਾਸਕਾਰ ਲਿਖਦੇ ਨੇ। ਮਹਿੰਦ ਤਨੇ ਚੰਦਰਾ ਮਨਿੰਦ ਦਮ ਸ਼ਾਦਾਨ ਖੁਦਬਾਰ ਬਿਸਤਰ। ਤੇ ਉਸ ਨੇ ਤਲਵਾਰ ਇੰਨੀ ਤੇਜ਼ੀ ਦੇ ਨਾਲ ਵਾਹੀ ਕਿ ਕਈ ਲੋਕਾਂ ਨੂੰ ਮੌਤ ਦੇ ਬਿਸਤਰ ਦੇ ਉੱਪਰ ਸਵਾ ਦਿੱਤਾ ਤੇ ਕਈਆਂ ਨੂੰ ਮੌਤ ਦੇ ਬਿਸਤਰ ਦੇ ਉੱਪਰ ਸਵਾਉਣ ਤੋਂ ਬਾਅਦ ਅਦਮ ਅੰਦਾਖਤਾ ਖਤਮ ਦਰ ਪਹਿਲੂਏ ਆਹਰ ਬਰ ਨਾਜ਼ੇ ਬਾਲਿਸ਼ ਫਨਾਹ ਮਨੂਦ। ਤੇ ਉਸ ਤੋਂ ਬਾਅਦ ਉਹ ਬਹਾਦਰੀ ਦੇ ਨਾਲ ਲੜਦਾ ਹੋਇਆ ਗੁਰੂ ਗੋਬਿੰਦ ਸਿੰਘ ਦਾ ਪੁੱਤ ਮੌਤ ਦੀ, ਮਲਕਾ ਮੌਤ ਲਿਖਿਆ, ਮੌਤ ਰਾਣੀ ਦੀ ਆਗੋਸ਼ ਦੇ ਵਿੱਚ ਹਮੇਸ਼ਾ ਦੇ ਵਾਸਤੇ ਸਰਾਣਾ ਲੈ ਕੇ, ਤੇਗ ਦਾ ਸਰਾਣਾ ਲੈ ਕੇ ਸੌਂ ਗਿਆ। ਭਾਵ ਕਿ ਕਈ ਸਿਪਾਹੀਆਂ ਨੂੰ ਮੌਤ ਦੇ ਬਿਸਤਰ ਦੇ ਉੱਪਰ ਲਟਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦਾ ਕਿਹਾ ਜਾਂਦਾ ਪੁੱਤਰ ਖੁਦ ਵੀ ਤੇਗ ਦਾ ਸਰਾਣਾ ਲੈ ਕੇ ਮੌਤ ਦੀ ਗੋਦ ਦੇ ਵਿੱਚ ਹਮੇਸ਼ਾ ਵਾਸਤੇ ਸੌਂ ਗਿਆ। ਜੇ ਇਸ ਦੇ ਭਾਵ ਅਰਥੇ ਲਏ ਜਾਣ ਤਾਂ ਸ਼ਹਾਦਤ ਹੀ ਆਉਣਗੇ। ਇਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਲੱਗਾ, ਸਾਰੀ ਉਹਨਾਂ ਦਰਬਾਰੀਆਂ ਦੇ ਨਾਲ ਜਿਹੜੀ ਸੀ ਉਹ ਗੱਲਬਾਤ ਜਿਹੜੀ ਸੀ ਉਹ ਸੋਲਵ ਹੋਈ, ਉਹ ਸੁਲਝੀ। ਤੇ ਉਸ ਤੋਂ ਬਾਅਦ ਸਰਦਾਰ ਜੋਰਾਵਰ ਸਿੰਘ, ਜਿਸ ਨੂੰ ਪਾਲਤ ਸਾਹਿਬਜ਼ਾਦਾ ਦਾ ਖਿਤਾਬ ਦਿੱਤਾ ਜਾਂਦਾ ਸੀ, ਉਹਨਾਂ ਦਾ ਜਿਹੜਾ ਦਾਹ ਸੰਸਕਾਰ ਸੀ ਉਹ ਗੰਭੀਰ ਨਦੀ ਦੇ ਕੰਢੇ ਦੇ ਉੱਪਰ ਕੀਤਾ ਗਿਆ, ਜਿਹੜੀ ਕਿ ਕਰੋਲੀ ਜ਼ਿਲ੍ਹੇ ਦੇ ਵਿੱਚੋਂ ਭਰਤਪੁਰ ਵਾਲੇ ਪਾਸੇ ਨੂੰ ਆਉਂਦੀ ਹੈ। ਬਰਸਾਤੀ ਨਦੀ ਹੈ, ਮੌਸਮੀ ਨਦੀ ਹੈ, ਹਰ ਵਾਲੀ ਪਾਣੀ ਨਹੀਂ ਹੁੰਦਾ। ਤੇ ਉਸ ਜਗ੍ਹਾ ਦੇ ਉੱਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੀਂ ਇਸ ਪਾਲਤ ਜੋਰਾਵਰ ਸਿੰਘ ਦਾ ਜਿਹੜਾ ਉਹ ਅੰਤਮ ਸੰਸਕਾਰ ਕੀਤਾ। ਤੇ ਉਹਦੇ ਭਰਾ, ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਉਸ ਪਰਿਵਾਰ ਦੇ ਵਿੱਚੋਂ ਜਿਹੜਾ ਉਹਨਾਂ ਦੀ ਅੱਗੇ ਪੀੜ੍ਹੀ ਚੱਲਦੀ ਸੀ, ਉਹਨਾਂ ਨੇ ਖਿਜ਼ਰਾਬਾਦ ਦੇ ਵਿੱਚ ਸਾਹਿਬਜ਼ਾਦਾ ਪਾਲਤ ਜੋਰਾਵਰ ਸਿੰਘ ਦੀ ਯਾਦ ਦੇ ਵਿੱਚ ਬਕਾਇਦਾ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਹੋਈ ਹੈ। ਆਸ ਕਰਦਾ ਹਾਂ ਕਿ ਇਹਦੇ ਉੱਪਰ ਇਲਾਕੇ ਦੇ ਜਾਂ ਜਿਹੜੇ ਹੋਰ ਖੋਜ ਕਰਨ ਵਾਲੇ ਵੀਰ ਨੇ, ਜੇਕਰ ਉਹਨਾਂ ਕੋਲ ਕੋਈ ਜਾਣਕਾਰੀ ਹੋਵੇਗੀ ਜ਼ਰੂਰ ਸਾਂਝੀ ਕਰਨਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ